ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਆਲ ਇੰਡੀਆ ਕਿਸਾਨ ਕਾਂਗਰਸ ਦਾ ਇੱਕ ਪ੍ਰੋਟੈਸਟ ਰੋਸ ਮੁਜ਼ਾਹਰਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। 9 ਤਰੀਕ 9 ਦਸੰਬਰ ਦਿਨ ਸ਼ੁੱਕਰਵਾਰ ਜੰਤਰ ਮੰਤਰ ਵਿਖੇ ਦਿੱਲੀ ਅਸੀਂ ਇੱਕ ਕਿਸਾਨਾਂ ਵੱਲੋਂ ਅਤੇ ਖੇਤ ਮਜ਼ਦੂਰਾਂ ਦੇ ਹੱਕ ਵਿੱਚ ਇੱਕ ਬਹੁਤ ਵੱਡਾ ਧਰਨਾ ਸਾਰੇ ਦੇਸ਼ ਦੇ ਕਿਸਾਨਾਂ ਨੂੰ ਬੁਲਾ ਕੇ ਉੱਥੇ ਲਾਉਣਾ ਚਾਹੁੰਦੇ ਆ। ਔਰ ਉਹਦੇ ਕਾਰਨ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡਾ ਕਿਸਾਨੀ ਅੰਦੋਲਨ ਹੋਇਆ ਸੰਯੁਕਤ ਕਿਸਾਨ ਮੋਰਚੇ ਵੱਲੋਂ, ਔਰ ਸਾਰੀ ਦੁਨੀਆ ਦੇ ਕਿਸਾਨਾਂ ਨੇ ਤੇ ਦੇਸ਼ ਭਰ ਦੇ ਕਿਸਾਨਾਂ ਨੇ, ਪੰਜਾਬ ਵਾਲਿਆਂ ਨੇ, ਹਰਿਆਣੇ ਵਾਲਿਆਂ ਨੇ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਆਪਣਾ ਜਿਹੜਾ ਸੀਗਾ ਗੁੱਸਾ ਜ਼ਾਹਰ ਕੀਤਾ। ਸਵਾ ਕੁ ਸਾਲ ਬਿਠਾਉਣ ਤੋਂ ਬਾਅਦ ਮੋਦੀ ਸਾਹਿਬ ਦੀ ਸਰਕਾਰ ਨੇ ਉਹਨਾਂ ਨਾਲ ਚੋਣਾਂ ਆ ਰਹੀਆਂ ਸੀਗੀਆਂ ਸੂਬਿਆਂ ਦੀਆਂ ਤੇ ਉਹਨਾਂ ਨਾਲ ਸਮਝੌਤਾ ਕਰ ਲਿਆ। ਯੂਪੀ ਦੀ ਚੋਣ ਆ ਰਹੀ ਸੀ ਕਿ ਤੁਸੀਂ ਜਾਓ, ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਪ੍ਰਵਾਨ ਕਰ ਲਈਆਂ। ਲੇਕਿਨ ਅੱਜ ਸਵਾ ਸਾਲ ਬੀਤਣ ਤੋਂ ਬਾਅਦ ਉਹਨਾਂ ਨਾਲ ਧੋਖਾ ਹੋਇਆ ਵਾ, ਉਹਨਾਂ ਨਾਲ ਬੇਈਮਾਨੀ ਹੋਈ ਆ। ਇਸ ਕਰਕੇ ਅੱਜ ਮੈਂ ਇੱਕ ਚਿੱਠੀ ਲਿਖ ਰਿਹਾ ਵਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਔਰ ਉਹਦੇ 'ਚ ਉਹਨਾਂ ਨੂੰ ਕੀਤੇ ਹੋਏ ਵਾਅਦੇ ਜਿਹੜੇ ਉਹ ਯਾਦ ਕਰਾ ਰਿਹਾ ਅਤੇ ਕੁਝ ਹੋਰ ਅੱਛੀਆਂ ਗੱਲਾਂ ਜਿਹੜੀਆਂ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਹੱਕ ਵਿੱਚ ਨੇ। ਇਹ ਸਾਡਾ ਨੁਕਤਾ ਹੋਵੇਗਾ, ਸਾਡਾ ਮੁੱਦਾ ਹੋਵੇਗਾ ਜਿਹੜਾ ਸਾਡਾ ਆਲ ਇੰਡੀਆ ਕਿਸਾਨ ਕਾਂਗਰਸ ਵੱਲੋਂ ਧਰਨਾ ਜੰਤਰ ਮੰਤਰ ਵਿਖੇ 9 ਦਸੰਬਰ ਦਿਨ ਸ਼ੁੱਕਰਵਾਰ ਵਿਖੇ ਹੋਵੇਗਾ। ਇੱਕ ਤਾਂ ਮੈਂ ਤੁਹਾਨੂੰ ਅਪੀਲ ਕਰਨੀ ਸਾਰਿਆਂ ਨੇ ਕਿ ਉੱਥੇ ਵੱਧ ਤੋਂ ਵੱਧ ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰਨੀ। ਮਸਲੇ ਉਹੀ ਨੇ ਕਿ ਅੱਜ ਸਾਰੇ ਦੇਸ਼ ਵਿੱਚ ਜਿਹੜਾ ਕਿਸਾਨ ਆ ਤੇ ਖੇਤ ਮਜ਼ਦੂਰ ਉਹ ਪਿਸ ਰਿਹਾ ਵਾ ਮਹਿੰਗਾਈ ਦੇ ਕਰਕੇ। ਉਹਦੀ ਜਿਹੜੀਆਂ ਜੋ ਕੋਸਟ ਆਫ ਇਨਪੁਟ ਹੈ ਫਸਲਾਂ ਦੀ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਤੇ ਜਿਹੜੀ ਉਹਨੂੰ MSP ਮਿਲਦੀ ਉਹ ਬਹੁਤ ਘੱਟ ਮਿਲਦੀ। MSP ਵੀ ਸਿਰਫ 2-2.5 ਸੂਬਿਆਂ 'ਚ ਹੀ ਮਿਲਦੀ, ਬਾਕੀ ਤਾਂ ਮਿਲਦੀ ਨਹੀਂ ਕਿਤੇ ਵੀ ਸਾਰੇ ਦੇਸ਼ ਵਿੱਚ। ਸੋ ਇਸ ਕਰਕੇ ਸਭ ਤੋਂ ਵੱਡੀ ਜਿਹੜੀ ਡਿਮਾਂਡ ਸੀਗੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਸਮਝੌਤਾ ਹੋਇਆ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਉਹ ਸਾਰੇ ਦੇਸ਼ ਵਿੱਚ 23 ਫਸਲਾਂ ਦੇ ਉੱਤੇ ਲਾਗੂ ਕੀਤੀ ਜਾਵੇ। ਔਰ ਇਹ ਐਵੇਂ ਨਹੀਂ ਕਿ ਅਸੀਂ MSP ਦਿੱਤੀ, ਜਿੱਦਾਂ ਬਹੁਤ ਸਾਰੇ ਸੂਬਿਆਂ ਵਿੱਚ MSP ਹੈਗੀ ਲੇਕਿਨ ਐਵੇਂ 500-700 ਹਜ਼ਾਰ ਰੁਪਇਆ ਕੁਇੰਟਲ ਤੋਂ ਘੱਟ ਮਿਲਦੀ ਹੈ। ਇਸ ਦਾ ਫਾਰਮੂਲਾ ਜਿਹੜਾ ਸੀਗਾ ਸਵਾਮੀਨਾਥਨ ਕਮੇਟੀ ਰਿਪੋਰਟ ਦੀ ਜਿਹੜੀ ਰਿਕਮੈਂਡੇਸ਼ਨ ਸੀਗੀ C2 ਪਲੱਸ 50% ਫਾਰਮੂਲੇ ਦੇ ਹਿਸਾਬ ਦੇ ਨਾਲ, ਮਤਲਬ ਕਿ ਟੋਟਲ ਕੁੱਲ ਲਾਗਤ ਤੁਹਾਡੀ ਕੈਲਕੂਲੇਟ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ 50% ਤੋਂ ਉੱਤੇ ਜਿਹੜਾ ਮੁਨਾਫਾ ਦਿੱਤਾ ਜਾਵੇਗਾ ਤੁਹਾਡੀਆਂ ਫਸਲਾਂ ਦਾ। ਉਸ ਹਿਸਾਬ ਨਾਲ ਅੱਜ ਕਣਕ ਦਾ ਭਾਅ ਜਿਹੜਾ ਤਕਰੀਬਨ 4000 ਰੁਪਏ ਕੁਇੰਟਲ ਹੋਣਾ ਚਾਹੀਦਾ ਵਾ, ਜਿਹਦੇ ਨਾਲ ਕਿਸਾਨਾਂ ਨੂੰ 4 ਪੈਸੇ ਬਚ ਸਕਦੇ ਨੇ। ਔਰ ਮੋਦੀ ਸਾਹਿਬ ਦੀ ਸਰਕਾਰ ਨੇ 2019 ਦੇ ਚੋਣ ਮੈਨੀਫੈਸਟੋ ਵਿੱਚ ਇਹ ਆਪ ਵਾਅਦਾ ਕੀਤਾ ਸੀ ਕਿ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ ਅਤੇ ਕਿਸਾਨੀ ਨੂੰ ਅਸੀਂ ਉਹਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕਰਾਂਗੇ 2022 ਤੱਕ, ਜਿੱਥੇ ਆਪਾਂ ਅੱਜ ਖੜੇ ਹਾਂ। ਲੇਕਿਨ ਕਿਸੇ ਨੇ ਨਹੀਂ ਕੀਤੀ। ਉਹੀ ਸਾਰਾ ਜ਼ੋਰ ਭਾਰਤ ਦੀ ਸਰਕਾਰ ਦਾ ਸ਼ਹਿਰੀਕਰਨ ਤੇ ਲੱਗਿਆ ਹੋਇਆ, ਸ਼ਹਿਰਾਂ ਦੇ ਉੱਤੇ ਸਾਰਾ ਫੋਕਸ ਕੀਤਾ ਜਾ ਰਿਹਾ, ਪਿੰਡਾਂ 'ਚ ਲੋਕਾਂ ਦਾ ਜਿਹੜਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ। ਇਸੇ ਨਾਲ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਸੀ MSP ਦੇ ਮੁਤਲਕ ਗੱਲ ਕਰਨ ਲਈ, ਉਹਦੇ 'ਚ ਕਿਸਾਨਾਂ ਨੂੰ ਲਿਆ ਹੀ ਨਹੀਂ ਕਿਸੇ ਨੂੰ। ਇੱਕ IAS ਅਫਸਰ ਜਿਹੜੇ ਦਿੱਲੀ ਬੈਠੇ ਨੇ ਰਿਟਾਇਰਡ ਐਗਰੀਕਲਚਰ ਸੈਕਟਰੀ, ਉਹਨਾਂ ਦੇ ਅਧੀਨ ਬਣਾਤੀ। ਉਹ ਕਮੇਟੀ ਦੁਬਾਰਾ ਬਣਨੀ ਚਾਹੀਦੀ ਹੈ। ਔਰ ਇਸੇ ਤਰ੍ਹਾਂ ਹੀ ਜਿਹੜਾ ਜੋ ਕਰਜ਼ਾ ਚੜਿਆ ਵਾ ਕਿਸਾਨਾਂ ਤੇ, ਇਕੱਲੇ ਪੰਜਾਬ ਦੀ ਆਪਾਂ ਗੱਲ ਕਰਦੇ ਜਾਣਦੇ ਹਾਂ ਕਿ 1 ਲੱਖ ਕਰੋੜ ਰੁਪਏ ਦਾ ਕਰਜ਼ਾ ਛੋਟੇ ਤੇ ਦਰਮਿਆਨੇ ਕਿਸਾਨ ਦੇ ਉੱਤੇ, ਜਦ ਕਿ BJP ਨੇ ਇਹਨਾਂ ਲੋਕਾਂ ਦਾ ਕਰਜ਼ਾ ਮਾਫ ਕਰਨਾ ਜਾਂ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਦੀ ਬਜਾਏ ਪਿਛਲੀ ਪਾਰਲੀਮੈਂਟ ਵਿੱਚ ਖੁਲਾਸਾ ਕੀਤਾ ਗਿਆ ਕਿ ਅਸੀਂ ਪਿਛਲੇ 5 ਸਾਲਾਂ ਵਿੱਚ BJP ਦੀ ਕੇਂਦਰ ਸਰਕਾਰ ਨੇ 10 ਲੱਖ ਕਰੋੜ ਰੁਪਇਆ ਕਾਰਪੋਰੇਟ ਘਰਾਣਿਆਂ ਦਾ ਮਾਫ ਕੀਤਾ ਵਾ। ਅਡਾਨੀਆਂ ਦਾ, ਅੰਬਾਨੀਆਂ ਦਾ, ਟਾਟਿਆਂ ਦਾ, ਬਿਰਲਿਆਂ ਦਾ, ਇੱਕ ਘਰ ਦਾ ਕੈਰੀ 2-2, 2.5-2, 3-3, 5-5 ਹਜ਼ਾਰ ਕਰੋੜ ਰੁਪਇਆ ਇੱਕ ਝਟਕੇ 'ਚ ਮਾਫ ਕਰ ਦਿੱਤਾ। ਲੇਕਿਨ ਜਿਹੜਾ ਕਿਸਾਨਾਂ ਦਾ ਕਰਜ਼ਾ ਲੱਖ ਰੁਪਇਆ, 2 ਲੱਖ ਰੁਪਇਆ, 5 ਲੱਖ ਰੁਪਇਆ, ਉਹ ਕਿਸੇ ਨੇ ਮਾਫ ਨਹੀਂ ਕੀਤਾ। ਔਰ ਇਹ ਕਰਜ਼ਾ ਕਰੋੜਾਂ ਘਰਾਣਿਆਂ ਦਾ ਵਾ। ਜੇ ਆਪਾਂ ਸਾਰੇ ਦੇਸ਼ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਇਹ ਕਰਜ਼ਾ ਜਿਹੜਾ ਵਾ ਇਹ ਕਰੋੜਾਂ ਫੈਮਲੀਜ਼ ਦਾ, ਜਦ ਕਿ ਜਿਹੜਾ ਕਾਰਪੋਰੇਟ ਦਾ ਮਾਫ ਹੋਇਆ ਉਹ ਚੰਦ ਪਰਿਵਾਰਾਂ ਦਾ ਕਰਜ਼ਾ ਸੀਗਾ। ਇਸ ਤਰ੍ਹਾਂ ਨਾਲ ਜਿਹੜਾ ਵਿਆਜ ਦੀ ਦਰ ਹੈ ਖੇਤੀ ਦੇ ਵਾਸਤੇ, ਉਹ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਵਾ। ਅੱਜ ਇੰਡਸਟਰੀ ਦਾ ਤੇ ਐਗਰੀਕਲਚਰ ਦਾ ਰੇਟ ਆਫ ਇੰਟਰਸਟ ਬੈਂਕਾਂ ਦਾ ਸੇਮ ਹੀ ਆ ਕਿ ਆਪਾਂ ਜਿਹੜੇ ਵੱਡੇ ਕਾਰਪੋਰੇਟ ਨੇ, ਬਿਜ਼ਨਸਮੈਨ ਨੇ, ਕਿ ਉਹਨਾਂ ਦੇ ਨਾਲ ਅਸੀਂ ਮੁਕਾਬਲਾ ਕਰ ਸਕਦੇ ਹਾਂ, ਉਹਨਾਂ ਵਿਆਜ ਦੇ ਸਕਦੇ ਹਾਂ। ਸਾਰੀ ਦੁਨੀਆ ਦੇ ਵਿੱਚ ਜਿਹੜੇ ਵਿਕਸਿਤ ਦੇਸ਼ ਨੇ, ਅਮਰੀਕਾ ਵਰਗੇ, ਉੱਥੇ ਰੇਟ ਆਫ ਇੰਟਰਸਟ ਮਸੀ 2 ਤੋਂ 2.5% ਹੈ ਐਗਰੀਕਲਚਰ ਦੇ ਉੱਤੇ। ਸਾਰਾ ਕੁਝ ਸਬਸਿਡਾਈਜ਼ ਆ। ਡੀਜ਼ਲ ਉਹਨਾਂ ਦਾ ਨੀਲੇ ਰੰਗ ਦਾ ਵਾ। ਜੇ ਉਹਨਾਂ ਦੀ ਫਸਲ ਫਰਜ਼ ਕਰੋ ਕਿਸੇ ਸਾਲ ਜ਼ਿਆਦਾ ਆ ਗਈ ਆ, ਉਹ ਤੁਹਾਡੀ ਜ਼ਮੀਨ ਖਾਲੀ ਰੱਖਣ ਦਾ ਵੀ ਪੈਸਾ ਦਿੰਦੇ ਨੇ। ਸੋ ਅਸੀਂ ਚਾਹੁੰਦੇ ਕਿ ਜਿਹੜਾ ਰੇਟ ਆਫ ਇੰਟਰਸਟ ਹੈ ਬੈਂਕਾਂ ਦਾ, ਉਹ ਐਗਰੀਕਲਚਰ ਸੈਕਟਰ ਵਿੱਚ ਸਿੱਧਾ 50% ਘਟਾਇਆ ਜਾਵੇ। ਅੱਧਾ ਰੇਟ ਅਗਰ 11% ਜਾਂ 10% ਹੈ, ਉਹਨੂੰ 4.5-5% ਦੇ ਉੱਤੇ ਲਿਆਇਆ ਜਾਵੇ ਤਾਂ ਕਿ ਕਿਸਾਨੀ ਜਿਹੜੀ ਹੈ ਉਹ ਪ੍ਰੋਫਿਟੇਬਲ ਹੋ ਸਕੇ। ਇੱਕ ਬਿਜਲੀ ਦਾ ਬਿੱਲ ਧੋਖਾ ਹੋਇਆ ਕਿਸਾਨਾਂ ਨਾਲ, ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ, ਉਹ ਬੇਈਮਾਨੀ ਕੀਤੀ BJP ਨੇ, ਉਹਨੂੰ ਵਾਅਦਾ ਕਰਕੇ ਮੁੜ ਕੇ ਪਾਰਲੀਮੈਂਟ ਵਿੱਚ ਇੰਟਰੋਡਿਊਸ ਕੀਤਾ। ਉਹਦਾ ਵਿਰੋਧ ਕਰਾਂਗੇ। ਇੱਕ ਜਿਹੜਾ ਰੌਂਦਿਆ ਸੀਗਾ
ਕਿਸਾਨਾਂ ਨੂੰ ਤੇ ਇੱਕ ਜਰਨਲਿਸਟ ਨੂੰ ਲਖੀਮਪੁਰ ਖੇਰੀ ਵਿੱਚ ਅਜੇ ਮਿਸ਼ਰਾ ਜਿਹੜੇ ਮਿਨਿਸਟਰ ਹੈ ਗਵਰਨਮੈਂਟ ਆਫ ਇੰਡੀਆ ਦੇ ਹੋਮ ਮਿਨਿਸਟਰ ਆ ਸਟੇਟ ਦੇ, ਉਹਨਾਂ ਦੇ ਮੁੰਡੇ ਨੇ, ਉਹ ਅੱਜ ਤੱਕ ਬੇਇਨਸਾਫੀ ਜਾਰੀ ਆ। ਉਹਦੇ ਵਿੱਚ ਉਸ ਮਿਨਿਸਟਰ ਨੂੰ ਮੋਦੀ ਸਾਹਿਬ ਨੂੰ ਆਪਣੀ ਸਰਕਾਰ ਚੋਂ ਕੱਢਣਾ ਚਾਹੀਦਾ ਵਾ, ਔਰ ਉਹ ਜਿਹੜੇ ਗੁਨਾਹਗਾਰ ਆ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ, ਕਿਉਂਕਿ ਉਹਨਾਂ ਨੇ ਬਹੁਤ ਬੇਰਹਿਮੀ ਦੇ ਨਾਲ 4 ਵਿਅਕਤੀਆਂ ਨੂੰ ਆਪਣੀ ਜੀਪ ਦੇ ਥੱਲੇ ਰੌਂਦ ਕੇ ਕੁਚਲ ਦਿੱਤਾ ਸੀਗਾ। ਇਸੇ ਤਰ੍ਹਾਂ ਹੀ ਕ੍ਰੌਪ ਇੰਸ਼ੋਰੈਂਸ ਇੱਕ ਚੱਲ ਰਹੀ ਆ ਵੈਸੇ ਦੇਸ਼ ਵਿੱਚ, ਪ੍ਰਧਾਨ ਮੰਤਰੀ ਬੀਮਾ ਯੋਜਨਾ, ਲੇਕਿਨ ਉਹ ਸਾਰੇ ਮੈਂ ਸੂਬਿਆਂ 'ਚ ਗਿਆ, ਉੜੀਸਾ 'ਚ, ਛੱਤੀਸਗੜ੍ਹ 'ਚ, ਮੱਧ ਪ੍ਰਦੇਸ਼, ਉਹ ਫਲॉप ਆ। ਉਹ ਸਾਰੀ ਜਿਹੜੀ ਕਰਪਸ਼ਨ ਦੇ ਨਾਲ ਤੇ ਉਹ ਜਿਹੜਾ ਅਸਲ ਬੀਮਾ ਮਿਲਣਾ ਚਾਹੀਦਾ ਕਿਸੇ ਖਰਾਬੇ ਦਾ ਫਸਲਾਂ ਦਾ ਕਿਸਾਨਾਂ ਨੂੰ, ਉਹ ਬਿਲਕੁਲ ਨਹੀਂ ਮਿਲ ਰਿਹਾ। ਇਹ ਉਹ ਮਸਲਾ ਹੋਵੇਗਾ ਸਾਡਾ। ਇੱਕ ਸਾਰੇ ਦੇਸ਼ ਵਿੱਚ ਸਭ ਨੂੰ ਪੈਨਸ਼ਨ ਦਿੱਤੀ ਜਾ ਰਹੀ ਆ। ਕੋਈ ਮੁਲਾਜ਼ਮ ਕੰਮ ਕਰਦਾ ਵਾ, 25 ਸਾਲ ਨੌਕਰੀ ਕਰਦਾ, ਉਹਨੂੰ ਚੰਗੀ ਮੋਟੀ ਪੈਨਸ਼ਨ ਮਿਲਦੀ ਆ। ਪੋਲੀਟੀਕਲ ਬੰਦਿਆਂ ਨੂੰ ਵੀ ਪੈਨਸ਼ਨ ਮਿਲਦੀ ਆ, ਲੇਕਿਨ ਕਿਸਾਨ ਤੇ ਖੇਤ ਮਜ਼ਦੂਰ ਜਿਹੜਾ ਸਾਰੀ ਜ਼ਿੰਦਗੀ ਕੰਮ ਕਰਦਾ, ਸਭ ਤੋਂ ਪਹਿਲਾਂ ਤੜਕੇ ਉੱਠਦਾ 4-5 ਵਜੇ ਸੂਰਜ ਚੜ੍ਹਨ ਤੋਂ ਪਹਿਲਾਂ, ਉਹਨਾਂ ਦੀਆਂ ਔਰਤਾਂ ਵੀ ਕੰਮ ਕਰਦੀਆਂ ਨੇ, ਆਪ ਉਹ ਸੌਂਦੇ ਨਹੀਂਗੇ, ਉਹ ਦੇਸ਼ ਦੀ ਸੇਵਾ ਹੀ ਆ। ਅਗਰ ਉਹ ਕੰਮ ਹੈਗਾ, ਉਹ ਕਿਸੇ ਦਾ ਜ਼ਾਤੀ ਕੰਮ ਨਹੀਂਗਾ। ਉਹਨਾਂ ਨੇ ਅਨਾਜ ਦਾ ਭੰਡਾਰ ਦੇਸ਼ ਦਾ ਭਰਿਆ ਵਾ, ਸਾਰੇ ਦੇਸ਼ ਨੂੰ ਭੁੱਖਮਰੀ ਚੋਂ ਕੱਢਿਆ ਵਾ। ਸੋ ਸਾਡੀ ਪ੍ਰਪੋਜ਼ਲ ਹੈਗੀ ਜਿਹੜੀ ਕਿ ਅਸੀਂ ਡਿਬੇਟੇਬਲ ਆ, ਅਸੀਂ ਆਪਣੀ ਮੈਨੀਫੈਸਟੋ ਜਿਹੜਾ ਕਾਂਗਰਸ ਦਾ ਬਣਾਵਾਂਗੇ 2024 'ਚ, ਆਪਣੀ ਲੀਡਰਸ਼ਿਪ ਨਾਲ ਗੱਲ ਕਰਾਂਗੇ, ਲੇਕਿਨ ਅਸੀਂ ਪ੍ਰਪੋਜ਼ ਕਰ ਦੇਂਗੇ 5000 ਰੁਪਇਆ ਪ੍ਰਤੀ ਮਹੀਨਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਲਗਾਤਾਰ ਹਰ ਮਹੀਨੇ ਪੈਨਸ਼ਨ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੇ ਗਰੀਬ ਨੇ, ਜਿਹੜੇ ਲੇਬਰ ਜਮਾਤ ਹੈਗੀ ਆ ਪਿੰਡਾਂ ਦੀ ਖੇਤੀ ਨਾਲ ਕਨੈਕਟਡ, ਨਾਟ ਸ਼ਹਿਰਾਂ ਵਾਲੀ ਨਹੀਂ ਮੈਂ ਗੱਲ ਕਰ ਰਿਹਾ, ਜਿਹੜੀ ਫਾਰਮ ਲੇਬਰਰਸ ਹੈਗੇ ਆ, ਉਹਨਾਂ ਦਾ ਬਹੁਤ ਮਾਮੂਲੀ ਜਿਹਾ ਕਰਜ਼ਾ, ਕਿਸੇ ਦਾ 25000 ਹੈ, ਕਿਸੇ ਦਾ 50000 ਹੈ, ਕਿਸੇ ਦਾ 60000 ਰੁਪਇਆ, ਉਹ ਸਾਰਾ ਕਰਜ਼ਾ ਰਾਈਟ ਆਫ ਹੋਣਾ ਚਾਹੀਦਾ। ਉਹ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਮਾਫ ਕੀਤਾ, ਉਹਦਾ ਚੀਚੀ ਤੋਂ ਵੀ ਘੱਟ ਹੈਗਾ ਵਾ ਕਰਜ਼ਾ, ਉਹ ਮਾਫ ਹੋਣਾ ਚਾਹੀਦਾ। ਉਹ ਸਾਡੇ ਏਜੰਡੇ ਦੇ ਉੱਤੇ ਲੈ ਕੇ ਅਸੀਂ ਜਾ ਰਹੇ। ਜਿਹੜੇ ਕਿਸਾਨਾਂ ਤੇ ਅੰਦੋਲਨ ਵਿੱਚ ਝੂਠੇ ਮੁਕੱਦਮੇ ਕੀਤੇ ਗਏ ਸੀਗੇ, ਸ਼ਾਇਦ 30000 35000 FIR ਦਰਜ ਆ, ਉਹ ਹਾਲੇ ਤੱਕ ਮੋਦੀ ਦੀ ਸਰਕਾਰ ਨੇ, ਮੋਦੀ ਸਾਹਿਬ ਦੀ ਸਰਕਾਰ ਨੇ ਉਹ ਰੱਦ ਨਹੀਂ ਕੀਤੀ। ਉਹਨੂੰ ਰੱਦ ਕਰਾਉਣਾ ਵੀ ਇਸ 9 ਤਰੀਕ ਦੇ ਧਰਨੇ ਦਾ ਸਾਡਾ ਏਜੰਡਾ ਹੋਵੇਗਾ। ਔਰ ਇਸੇ ਤਰ੍ਹਾਂ ਹੀ ਜਿਹੜਾ ਕਿਸਾਨ ਮਾਰੇ ਗਏ ਸੀ ਅੰਦੋਲਨ ਵਿੱਚ, ਉਹਨਾਂ ਦੇ ਪਰਿਵਾਰਾਂ ਨੂੰ ਹਾਲੇ ਤੱਕ ਸਹੀ ਮਾਇਨਿਆਂ ਵਿੱਚ ਜਿੰਨੀ ਕੰਪਨਸੇਸ਼ਨ ਮਿਲਣੀ ਚਾਹੀਦੀ ਸੀਗੀ, ਉਹ ਨਹੀਂ ਦਿੱਤੀ ਗਈ। ਔਰ ਇੱਕ ਮੈਂ ਨਾਲ ਆਪਣੀ ਅੱਛੀ ਸਕੀਮ ਮੈਂ ਆਪਣੇ ਵੱਲੋਂ ਦੇ ਰਿਹਾ ਵਾਂ ਕਿ ਜਿਹੜੀ ਨਰੇਗਾ ਸਕੀਮ ਹੈ, ਮਨਰੇਗਾ ਜਿਹਨੂੰ ਕਹਿੰਦੇ ਆ ਲੇਬਰ ਦੀ, ਉਹ ਚੱਲ ਰਹੀ ਆ ਸਾਰੇ ਦੇਸ਼ ਵਿੱਚ, ਲੇਕਿਨ ਮੈਂ ਦੇਖ ਰਿਹਾ ਕਿ ਕਾਫੀ ਜਗ੍ਹਾ ਤੇ ਉਹਦਾ ਦੁਰਉਪਯੋਗ ਹੋ ਰਿਹਾ ਵਾ। ਬਹੁਤ ਸਾਰੇ ਜਗ੍ਹਾ ਤੇ ਅਫਸਰ ਜੌਬ ਕਾਰਡਸ ਵਗੈਰਾ ਝੂਠੇ ਸੱਚੇ ਬਣਾ ਕੇ ਪੈਸੇ ਖੁਰਦ-ਬੁਰਦ ਕਰ ਰਹੇ ਨੇ। ਅਗਰ ਮਨਰੇਗਾ ਸਕੀਮ ਨੂੰ ਖੇਤੀਬਾੜੀ ਦੇ ਨਾਲ ਜੋੜਿਆ ਜਾਵੇ, ਨਾਲੇ ਤਾਂ ਸਾਰਾ ਸਾਲ ਜਿਹੜੇ ਲੇਬਰ ਆ, ਜਿਹੜੇ ਦਿਹਾੜੀਦਾਰ ਆ, ਉਹਨਾਂ ਨੂੰ ਲਗਾਤਾਰ ਕੰਮ ਮਿਲੇਗਾ, ਜੌਬ ਕਾਰਡ ਹੋਲਡਰਸ ਨੂੰ, ਤੇ ਜਿਹੜਾ ਕਿਸਾਨ ਹੈਗਾ ਉਹਨੂੰ ਸਬਸਿਡਾਈਜ਼ਡ ਲੇਬਰ ਮਿਲ ਜਾਏਗੀ। ਵੈਸੇ ਤਾਂ ਸਾਰੀ ਪੇਮੈਂਟ ਗਵਰਨਮੈਂਟ ਆਫ ਇੰਡੀਆ ਕਰ ਸਕਦੀ, ਪਰ ਜੇ ਨਹੀਂ ਤੇ ਫਿਰ ਇਹ ਜਿਹੜੀ ਮਨਰੇਗਾ ਦੀ ਲੇਬਰ ਦੀ ਕਾਸਟ ਆਊਗੀ ਖੇਤਾਂ 'ਚ ਕੰਮ ਕਰਨ ਵਾਸਤੇ, ਫਸਲਾਂ ਵੱਢਣ ਤੇ ਬੀਜਣ ਦੇ ਵਾਸਤੇ, ਉਹ ਅੱਧਾ ਕਿਸਾਨ ਚੱਲ ਲਵੇ 50%, ਤੇ ਅੱਧਾ ਜਿਹੜਾ ਕਾਸਟ ਹੈ ਉਹਦੀ ਗਵਰਨਮੈਂਟ ਆਫ ਇੰਡੀਆ ਚੱਲ ਸਕਦੀ। ਇਸ ਨਾਲ ਲੇਬਰ ਸਬਸਿਡਾਈਜ਼ ਵੀ ਹੋ ਜੂਗੀ ਤੇ ਲੇਬਰ ਨੂੰ ਕੰਮ ਵੀ ਮਿਲੇਗਾ। ਇੱਕ ਜਿਹੜੇ ਵੱਡੇ ਸਾਈਲੋਜ਼ ਬਣ ਰਹੇ ਨੇ ਦੇਸ਼ ਵਿੱਚ, ਸਾਰੇ ਜਿਹੜੇ ਸਾਈਲੋਜ਼ ਮਤਲਬ ਗੋਦਾਮ ਬਣ ਰਹੇ ਨੇ ਸਟੀਲ ਦੇ, ਤੁਸੀਂ ਦੇਖੇ ਹੋਣੇ ਵੱਡੇ ਵੱਡੇ ਜਿੱਦਾਂ ਮੋਗੇ ਵਿੱਚ ਬਣਿਆ, ਇਹ ਸਾਰੇ ਲਗਭਗ ਅਡਾਨੀ ਨੂੰ ਦਿੱਤੇ ਜਾ ਰਹੇ ਨੇ, ਜਾਂ ਇਸ ਪੱਧਰ ਦੇ ਉੱਤੇ ਕਾਰਪੋਰੇਟਸ ਨੂੰ ਦਿੱਤੇ ਜਾ ਰਹੇ ਨੇ। ਇੱਕ ਪ੍ਰੋਜੈਕਟ ਜਿਹੜਾ ਵਾ ਉਹ ਸੈਂਕੜੇ, ਸ਼ਾਇਦ ਕੁਝ ਹਜ਼ਾਰ ਕਰੋੜ ਰੁਪਏ ਦਾ ਪ੍ਰੋਜੈਕਟ ਹੈਗਾ ਵਾ। ਇਹਨੂੰ ਕਿਸਾਨਾਂ ਨੂੰ ਕਿਉਂ ਨਹੀਂ ਭਾਈਵਾਲ ਬਣਾਇਆ ਜਾਂਦਾ ਜੀ? ਜ਼ਮੀਨ ਕਿਸਾਨਾਂ ਦੀ, ਕੰਮ ਕਿਸਾਨੀ ਦਾ, ਫਸਲ ਕਣਕ ਤੁਸੀਂ ਰੱਖਣੀ ਆ, ਸਟੋਰ ਕਰਨੀ ਆ, ਉਹ ਕਿਸਾਨ ਪੈਦਾ ਕਰਦਾ ਵਾ। ਗਵਰਨਮੈਂਟ ਨੂੰ ਅਸੀਂ ਸਲਾਹ ਸੁਝਾਅ ਦੇ ਰਹੇ ਇਸ ਚਿੱਠੀ ਦੇ ਜ਼ਰੀਏ ਕਿ ਇਸ ਨੂੰ ਤੁਸੀਂ ਕੋਆਪਰੇਟਿਵ ਜਿਹੜੇ ਸੁਸਾਇਟੀਜ਼ ਬਣਾ ਕੇ ਫਾਰਮਰਸ ਦੀਆਂ, ਫਰਜ਼ ਕਰੋ ਇੱਕ ਤੁਸੀਂ ਮੋਗੇ ਬਣਾਇਆ, ਤੁਸੀਂ ਅਡਾਨੀ ਨੂੰ ਨਾ ਦਿਓ, ਉਹਦੇ ਵਿੱਚ ਤੁਸੀਂ ਜ਼ਿਆਦਾ ਨਹੀਂ ਤਾਂ 10000 ਕਿਸਾਨ ਨੂੰ ਭਾਈਵਾਲ ਬਣਾਓ। ਜਿਹੜੀ ਸਾਈਲੋਜ਼ ਉੱਤੋਂ ਆਮਦਨ ਆਊਗੀ, ਉਹ ਜਿਹੜੀ ਆ ਉਹ ਕਿਸਾਨਾਂ ਦੇ ਆਮਦਨ ਦੇ ਵਿੱਚ ਗਿਣੀ ਜਾਵੇ, ਜਿਨ੍ਹਾਂ ਦੀ ਜ਼ਮੀਨ ਲਈ ਜਾ ਰਹੀ ਆ, ਜਾਂ ਨੇੜੇ ਤੇੜੇ ਜਿਹੜੇ ਕਿਸਾਨ ਉਸ ਸਾਈਲੋ ਦੇ ਨਾਲ ਕਨੈਕਟਡ ਨੇ। ਕਿਉਂਕਿ ਮੈਂ ਹੁਣੇ ਮੱਧ ਪ੍ਰਦੇਸ਼ ਗਿਆ ਸੀ, ਉੱਥੇ 4 ਸਾਈਲੋਜ਼ ਦੇ ਰਹੀ ਆ ਗਵਰਨਮੈਂਟ ਆਫ ਇੰਡੀਆ, ਉਹ 4 ਦੇ 4 ਹੀ ਮੇਰੇ ਖਿਆਲ ਆ ਕਿ ਅਡਾਨੀ ਟਾਈਪ ਬੰਦੇ ਉੱਥੇ ਲੈ ਕੇ ਜਾ ਰਹੇ ਨੇ, ਕਿਸੇ ਕਿਸਾਨ ਨੂੰ ਨੇੜੇ ਨਹੀਂ ਲੱਗਣ ਜਾ ਰਿਹਾ। ਔਰ ਇਹਨਾਂ ਨੇ ਵੀ ਕਰਜ਼ਾ ਚੱਕਣਾ ਬੈਂਕਾਂ ਤੋਂ ਸਾਈਲੋ ਬਣਾਉਣ ਵਾਸਤੇ। ਕਿਸੇ ਨੇ ਆਪਣੀ ਜੇਬ 'ਚੋਂ ਤਾਂ ਪੈਸਾ ਲਾਉਣਾ ਨਹੀਂਗਾ, ਸਾਰਾ ਪੈਸਾ ਬੈਂਕਾਂ ਨੇ ਦੇਣਾ ਤੇ ਫਿਰ ਸਾਈਲੋ ਬਣਨੇ। ਤੇ ਜੇ ਉਹੀ ਸਾਈਲੋਜ਼ ਵਿੱਚ ਕਿਸਾਨਾਂ ਨੂੰ ਤੁਸੀਂ ਭਾਈਵਾਲ ਬਣਾਓਗੇ, ਜਾਂ ਖੇਤ ਮਜ਼ਦੂਰਾਂ ਨੂੰ ਵੀ ਲਿਖੋਗੇ ਵਿੱਚ, ਕੋਆਪਰੇਟਿਵ ਸੁਸਾਇਟੀ ਬਣਾ ਕੇ ਉਹਨਾਂ ਨੂੰ ਇੱਕ ਪਾਰਟਨਰਸ ਬਣਾਓਗੇ, ਉਹਦੇ ਨਾਲ ਇਹਨਾਂ ਨੂੰ ਆਮਦਨ ਵਧੇਗੀ। ਸੋ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਅਸੀਂ ਸਾਰੇ 9 ਦਸੰਬਰ ਨੂੰ ਅਸੀਂ ਜੰਤਰ ਮੰਤਰ ਵਿਖੇ ਪਹੁੰਚ ਰਹੇ ਹਾਂ। ਜਿੰਨੇ ਵੀ ਤੁਸੀਂ ਸਤਿਕਾਰਯੋਗ, ਜਿੱਥੇ ਵੀ ਤੁਸੀਂ ਬੈਠੇ ਹੋ, ਪੰਜਾਬ ਹਰਿਆਣੇ, ਜਾਂ ਜਿਹੜੀ ਗੱਲ ਮੇਰੀ ਸਮਝਦੇ ਹੋ, ਮੇਰੀ ਤੁਹਾਨੂੰ ਸਭ ਨੂੰ ਅਪੀਲ ਹੈ ਕਿ ਠੀਕ ਹੈ ਸਾਡੀ ਪਾਰਟੀ ਦਾ ਪ੍ਰੋਗਰਾਮ ਹੈਗਾ, ਪਰ ਸੱਦਾ ਜਿਹੜਾ ਉਹ ਸਭ ਨੂੰ ਖੁੱਲਾ, ਕਿਸਾਨਾਂ ਨੂੰ ਆਓ ਆਪਾਂ ਇੱਕ ਵਾਰ ਪਾਰਲੀਮੈਂਟ ਸੈਸ਼ਨ ਸਟਾਰਟ ਹੋ ਜਾਣਾ 7 ਤਰੀਕ ਤੋਂ, ਉਹਦੇ ਮੂਹਰੇ ਪਤਾ ਲੱਗੇ ਕਿ ਦੇਸ਼ ਦੇ ਕਿਸਾਨ ਜਿਹੜੇ ਨੇ ਆਪਣਾ ਅਧਿਕਾਰ ਮੰਗਣ ਵਾਸਤੇ ਤੁਹਾਡੇ ਕੋਲ, ਤੁਹਾਡੇ ਦਰਵਾਜ਼ੇ ਦੇ ਉੱਤੇ ਖੜੇ ਨੇ।
ਔਰ ਇਹ ਪਹਿਲੀ ਐਜੀਟੇਸ਼ਨ ਹੈ ਜਿਹੜੀ ਮੈਂ ਬਤੌਰ ਚੇਅਰਮੈਨ ਆਲ ਇੰਡੀਆ ਕਿਸਾਨ ਕਾਂਗਰਸ ਦੇ ਉਲੀਕੀ ਆ। ਸਾਡੇ ਇਸ ਪ੍ਰੋਗਰਾਮ ਵਿੱਚ ਕਾਂਗਰਸ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਦਿੱਲੀ ਤੋਂ ਨੈਸ਼ਨਲ ਪੱਧਰ ਦੀ, ਉਹ ਸਾਰੇ ਹਿੱਸਾ ਲੈਣਗੇ। ਮੈਂ ਕੋਸ਼ਿਸ਼ ਕਰੂੰਗਾ ਕਿ ਸਾਡੇ ਪ੍ਰਧਾਨ ਸਾਹਿਬ ਜਿਹੜੇ ਖੜਗੇ ਜੀ ਬਣੇ ਨੇ ਉਹ ਵੀ ਸਾਡੇ ਇਸ ਇਕੱਠ ਵਿੱਚ ਆਉਣ ਤਾਂ ਕਿ ਕਿਸਾਨਾਂ ਦੀਆਂ ਗੱਲਾਂ ਜਿਹੜੀਆਂ ਸੁਣ ਸਕਣ। ਅਤੇ ਇਸ ਦਾ ਮਕਸਦ ਇਹ ਹੈਗਾ ਕਿ 2024 ਦੀ ਜਿਹੜਾ ਇਲੈਕਸ਼ਨ ਹੋਵੇ ਦੇਸ਼ ਦੀ, ਉਹਦੇ ਮੈਨੀਫੈਸਟੋ ਦੇ ਵਿੱਚ ਇਹ ਸਾਰੇ ਨੁਕਤੇ ਕਾਂਗਰਸ ਪਾਰਟੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਵਾਅਦਾ ਕਰੇ। ਇਸ ਮਕਸਦ ਨਾਲ ਤੁਹਾਡੇ ਅੱਜ ਵਿਚਾਰ ਸਾਂਝੇ ਕੀਤੇ ਸੀਗੇ। ਮੇਰੀ ਫਿਰ ਤੁਹਾਨੂੰ ਬਹੁਤ ਅਪੀਲ ਹੈ ਦਿਲੋਂ ਕਿ 9 ਦਸੰਬਰ ਨੂੰ ਜੰਤਰ ਮੰਤਰ ਵਿਖੇ ਸਵੇਰੇ 11 ਵਜੇ ਪਹੁੰਚ ਕੇ ਸਾਡੇ ਇਸ ਪ੍ਰੋਟੈਸਟ ਨੂੰ, ਇਸ ਧਰਨੇ ਨੂੰ ਤੁਸੀਂ ਕਾਮਯਾਬ ਕਰਨਾ, ਕਿਉਂਕਿ ਤੁਹਾਡੇ ਤੋਂ ਬਗੈਰ ਕੋਈ ਕਾਮਯਾਬ ਨਹੀਂ ਕਰ ਸਕਦਾ। ਉਹ ਕਹਾਵਤ ਹੁੰਦੀ ਸੀ ਪਹਿਲਾਂ ਕਿਸੇ ਵੇਲੇ, ਉੱਤਮ ਖੇਤੀ, ਮੱਧ ਵਪਾਰ, ਨਿਖਿੱਧ ਨੌਕਰੀ। ਸਭ ਤੋਂ ਵਧੀਆ ਐਗਰੀਕਲਚਰ ਸੀ, ਦੂਜੇ ਨੰਬਰ ਤੇ ਵਪਾਰ ਸੀ, ਤੀਜੇ ਨੰਬਰ ਤੇ ਨੌਕਰੀ ਸੀ। ਹੁਣ ਸਾਰਾ ਕੰਮ ਉਲਟਾ ਹੋ ਗਿਆ ਕਿਉਂਕਿ ਨੀਤੀਆਂ ਸਾਡੇ ਇਸ ਦੇਸ਼ ਵਿੱਚ ਕਿਸਾਨਾਂ ਦੇ ਹਮੇਸ਼ਾ ਉਲਟ ਬਣੀਆਂ ਨੇ। ਤਾਂ ਅੱਜ ਐਗਰੀਕਲਚਰ ਸਭ ਤੋਂ ਥੱਲੇ, ਹਾਲਾਂਕਿ ਸਭ ਤੋਂ ਕਲੀਨ ਪ੍ਰੋਫੈਸ਼ਨ ਹੈ, ਇਹਦੇ 'ਚ ਕੋਈ ਭ੍ਰਿਸ਼ਟਾਚਾਰ ਨਹੀਂ ਹੈ। ਬਾਕੀ ਸਭ ਕੋਈ ਟੈਕਸ ਚੋਰੀ ਕਰਦਾ ਵਾ, ਕੋਈ ਸਰਕਾਰੀ ਮੁਲਾਜ਼ਮ ਪੈਸੇ ਖਾਂਦਾ ਵਾ। ਬਹੁਤ ਕਿਸਾਨ ਤੇ ਖੇਤ ਮਜ਼ਦੂਰ ਆ ਜਿਹੜਾ ਖੂਨ ਪਸੀਨੇ ਦੀ ਕਮਾਈ ਕਰਕੇ ਆਪਣੇ 10 ਦੀ ਕਿਰਤ ਨਾਲ ਰੋਟੀ ਖਾਂਦਾ। ਸੋ ਚਲੋ ਦਿੱਲੀ 9 ਦਸੰਬਰ ਜੰਤਰ ਮੰਤਰ। ਧੰਨਵਾਦ।